श्री वाहिगुरु साहिब जी। तेरे कवन कवन गुण कह कह गावां, तू साहिब गुणी निदाना। तुमरी महिमा वरण न सकूं, तू ठाकुर ऊंच भगवान। सूरज किरण मिले जल का जल हुआ राम, ज्योति ज्योत रली संपूर्ण थिया राम। ब्रह्म दिसै ब्रह्म सुनिए, एक एक वखाणिए आत्म पसारा करनहारा। प्रभु बिना नहीं जानिए, आप करता आप भुगता आप कारण किया। बिनवंत नानक से जाने, जिनी हर रस पिया। बिनवंत नानक से जाने, जिनी हर रस पिया। जुगो जुग अटल चवर छतर तख दे मालिक, हासरा हजूर ਜ਼ਾਰਾ ਜ਼ਹੂਰ। ਸ਼ਬਦ ਗੁਰੂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ। ਅੰਮ੍ਰਿਤ ਵੇਲੇ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਨਾਲ ਜੁੜ ਕੇ ਆਪ ਜੀ ਆਪਣਾ ਜੀਵਨ ਸਫਲਾ ਕਰ ਰਹੇ ਹੋ ਜੀ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਰਹਿਮਤ ਸਦਕਾ ਆਪ ਜੀਆਂ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਰੱਬੀ ਬਾਣੀ ਦੇ ਕੀਰਤਨ ਨਾਲ ਸਾਂਝ ਪਾਈ ਹੈ। ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਤੇ ਅੱਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਜੋਤੀ ਜੋਤ ਦਿਵਸ ਹੈ। ਗੁਰਦੇਵ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਚੋਂ ਪੰਛੀ ਝਾਤ ਔਰ ਬਾਣੀ ਦਾ ਸਿਧਾਂਤ ਆਪ ਨਾਲ ਸਾਂਝਾ ਕਰਨਾ ਹੈ। ਮਨੋ ਬਿਰਤੀਆਂ ਨੂੰ ਇਕਾਗਰ ਕਰੋ, ਬੜੇ ਪਿਆਰ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪ੍ਰਥਾਏ ਭੱਟ ਸਾਹਿਬਾਨਾਂ ਨੇ ਪਾਵਨ ਬਚਨ ਰੱਬੀ ਬਾਣੀ ਦੇ ਉਚਾਰਨ ਕੀਤੇ ਨੇ, ਮੇਰੇ ਤੋਂ ਪਹਿਲਾਂ ਰਾਗੀ ਸਿੰਘ ਉਸੇ ਸ਼ਬਦ ਨੂੰ ਗਾਇਨ ਕਰ ਰਹੇ ਸਨ ਜਿਸ 'ਚ ਭੱਟ ਸਾਹਿਬਾਨਾਂ ਨੇ ਇਹ ਰਹਿਮਤ ਕੀਤੀ। ਉਹ ਆਖਣ ਲੱਗੇ, ਜਦੋਂ ਅਰਸ਼ਾਂ ਦੇ ਵਿੱਚੋਂ ਮੀਂਹ ਪੈਂਦਾ ਹੈ, ਬਾਰਿਸ਼ ਪੈਂਦੀ ਹੈ, ਤੇ ਪਾਣੀ ਦੀਆਂ ਬੂੰਦਾਂ ਇਸ ਧਰਤੀ ਦੇ ਉੱਪਰ ਵਸਦਾ ਦੇ ਉੱਪਰ ਕਿਤਨੀਆਂ ਬੂੰਦਾਂ ਪੈਂਦੀਆਂ ਨੇ। ਉਹ ਭਾਵੇਂ ਰੇਗਿਸਤਾਨ ਹੋਏ, ਭਾਵੇਂ ਉਹ ਪਹਾੜ ਹੋਣ, ਕਦੇ ਕੋਈ ਉਹਨਾਂ ਬੂੰਦਾਂ ਦੀ ਗਿਣਤੀ ਕਰ ਸਕਦਾ ਹੈ? ਭੱਟ ਸਾਹਿਬਾਨਾਂ ਨੇ ਰਹਿਮਤ ਕੀਤੀ ਕਿ ਧਰਤੀ ਉੱਪਰ ਪੈਣ ਵਾਲੀਆਂ ਉਹਨਾਂ ਪਾਣੀ ਦੀਆਂ ਬੂੰਦਾਂ ਨੂੰ ਕੋਈ ਨਹੀਂ ਗਿਣ ਸਕਦਾ। ਇਸ ਧਰਤੀ ਉੱਪਰ ਕਿਤਨੀ ਵਨਸਪਤੀ ਹੈ, ਕਿਤਨੇ ਦਰਖਤ ਪੈਦਾ ਕੀਤੇ ਨੇ ਪਰਮੇਸ਼ਰ ਨਿਰੰਕਾਰ ਨੇ। ਤੇ ਜਦੋਂ ਬਸੰਤ ਦੀ ਰੁੱਤ ਆਉਂਦੀ ਹੈ, ਦਰਖਤਾਂ ਦੇ ਉੱਪਰ ਫੁੱਲ ਲੱਗਦੇ ਨੇ, ਤੇ ਕੀ ਕੋਈ ਮਨੁੱਖ ਉਹਨਾਂ ਫੁੱਲਾਂ ਦੀ ਗਿਣਤੀ ਕਰ ਸਕਦਾ ਹੈ ਜੋ ਬਸੰਤ ਦੀ ਰੁੱਤ ਦੇ ਅੰਦਰ ਫੁੱਲ ਖਿੜਦੇ ਨੇ? ਕਿਉਂਕਿ ਬਸੰਤ ਦੀ ਰੁੱਤ ਦੇ ਅੰਦਰ ਹਰ ਇੱਕ ਦਰਖਤ ਨੂੰ ਫਲ ਲੱਗਦਾ ਹੈ, ਤੇ ਹਰ ਇੱਕ ਫਲ ਲੱਗਣ ਤੋਂ ਪਹਿਲਾਂ ਉਸ ਨੂੰ ਫੁੱਲ ਪੈਂਦਾ ਹੈ। ਤੇ ਭੱਟ ਸਾਹਿਬਾਨਾਂ ਨੇ ਕਿਰਪਾ ਕੀਤੀ, ਕਹਿੰਦੇ ਕਿ ਉਹਨਾਂ ਦਰਖਤਾਂ ਨੂੰ ਜਿਨ੍ਹਾਂ ਨੂੰ ਫੁੱਲ ਪੈਂਦੇ ਨੇ ਬਸੰਤ ਦੀ ਰੁੱਤ ਦੇ ਅੰਦਰ, ਪੂਰੇ ਜੋਬਨ ਦੇ ਵਿੱਚ ਦਰਖਤਾਂ ਨੂੰ ਫੁੱਲ ਪੈਂਦਾ, ਕੀ ਕੋਈ ਜੀਵ ਉਹਨਾਂ ਫੁੱਲਾਂ ਦੀ ਗਿਣਤੀ ਕਰ ਸਕਦਾ ਹੈ? ਅੱਗੇ ਭੱਟ ਸਾਹਿਬਾਨ ਆਖਦੇ ਨੇ
ਕਿ ਜਦੋਂ ਚੰਦਰਮਾ ਔਰ ਸੂਰਜ ਦੀਆਂ ਕਿਰਨਾਂ, ਸੂਰਜ ਭਾਵੇਂ ਕਿ ਦਿਨੇ ਜਦੋਂ ਪ੍ਰਕਾਸ਼ਮਾਨ ਹੁੰਦਾ ਤੇ ਉਹਨਾਂ ਸੂਰਜ ਦੀਆਂ ਕਿਰਨਾਂ ਨੂੰ ਕੋਈ ਗਿਣ ਸਕੇ, ਚੰਦਰਮਾ ਦੀਆਂ ਰਾਤ ਦੀਆਂ ਕਿਰਨਾਂ ਨੂੰ ਕੋਈ ਗਿਣ ਸਕਿਆ, ਤੇ ਫਿਰ ਅੱਗੇ ਆਖਦੇ ਨੇ ਕਿ ਸਮੁੰਦਰ ਦੇ ਉੱਠਣ ਵਾਲੀਆਂ ਲਹਿਰਾਂ, ਕੀ ਕੋਈ ਉਹਨਾਂ ਲਹਿਰਾਂ ਦਾ ਅੰਦਾਜ਼ਾ ਲਗਾ ਸਕਦਾ ਹੈ? ਪਰ ਅੱਗੇ ਭੱਟ ਸਾਹਿਬਾਨਾਂ ਨੇ ਗੱਲ ਕੀਤੀ, ਆਖਣਗੇ ਕਿ ਜੇ ਕਿਸੇ ਕੋਲ ਰੁਦਰ ਵਰਗਾ ਧਿਆਨ ਹੋਏ, ਰੁਦਰ ਕਿਹਾ ਜਾਂਦਾ ਹੈ ਸ਼ਿਵ ਜੀ ਨੂੰ, ਸ਼ਿਵ ਜੀ ਦੇ ਧਿਆਨ ਦੀ ਬੜੀ ਗੱਲ ਚੱਲਦੀ ਹੈ। ਇਸੇ ਕਰਕੇ ਭੱਟਾਂ ਨੇ ਆਖਿਆ ਕਿ ਜੇ ਕਿਸੇ ਕੋਲ ਰੁਦਰ ਵਰਗਾ ਧਿਆਨ ਹੋਏ ਔਰ ਗੁਰੂ ਦੀ ਕਿਰਪਾ ਸਦਕਾ ਹੋ ਸਕਦਾ ਹੈ ਕਿ ਉਹ ਧਰਤੀ ਦੇ ਉੱਪਰ ਪੈਣ ਵਾਲੀਆਂ ਬੂੰਦਾਂ ਨੂੰ ਵੀ ਗਿਣ ਲਏ, ਦਰਖਤਾਂ ਦੇ ਉੱਪਰ ਪੈਣ ਵਾਲੇ ਫੁੱਲਾਂ ਨੂੰ ਵੀ ਗਿਣ ਲਏ, ਅਰਸ਼ਾਂ ਤੋਂ ਸੂਰਜ ਔਰ ਚੰਦਰਮਾ ਦੀਆਂ ਕਿਰਨਾਂ ਨੂੰ ਗਿਣ ਲਏ, ਸਮੁੰਦਰ ਦੇ ਉੱਠਣ ਵਾਲੀਆਂ ਉਹਨਾਂ ਨੂੰ ਲਹਿਰਾਂ ਨੂੰ ਵੀ ਗਿਣ ਲਏ, ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇਰੇ ਕਿਤਨੇ ਪਰਉਪਕਾਰ ਇਹਨਾਂ ਜੀਵਾਂ ਦੇ ਉੱਪਰ ਨੇ, ਤੇਰੀ ਮਹਿਮਾ ਨੂੰ ਤੂੰ ਹੀ ਜਾਣ ਸਕਦਾ ਹੈ, ਤੇਰੇ ਗੁਣਾਂ ਨੂੰ ਇਹ ਲੋਕਾਈ, ਇਹ ਖਲਕਤ, ਇਹ ਸੰਸਾਰ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ। ਭੱਟਾਂ ਨੇ ਪਾਵਨ ਬਚਨ ਉਚਾਰਨ ਕੀਤੇ ਨੇ, ਆਖਦੇ ਨੇ ਕਿ ਘਨ ਹਰ ਬੂੰਦ ਬਸੋ ਰੋ ਮਾਵਲ, ਘਨ ਹਰ ਤੂੰ ਪਾਓ ਬਦਲ, ਬਦਲਾਂ ਦੇ ਚ ਜੋ ਬੂੰਦਾਂ ਪੈਂਦੀਆਂ ਨੇ, ਘਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੇ, ਕੁਸਮ ਫੁੱਲਾਂ ਨੂੰ ਬਸੰਤ ਦੀ ਰੁੱਤ ਦੇ ਅੰਦਰ ਕਿ ਕੁਸਮ ਬਸੰਤ ਗਨੰਤ ਨ ਆਵੇ, ਰਾਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ, ਉਨੈ ਜੋ ਗਾਵੇ। ਤੇ ਅਖੀਰ ਦੇ ਆਖਦੇ ਨੇ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨਿਆਵੇ। ਤੇਰੀ ਮਹਿਮਾ, ਤੇਰੀ ਵਡਿਆਈ, ਤੇਰੇ ਗੁਣਾਂ ਦਾ ਥਾਂ ਤੂੰ ਆਪ ਜਾਣਦਾ ਹੈ, ਇਹ ਮਨੁੱਖ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਬਾਸਰਕੇ ਦੀ ਧਰਤੀ ਉੱਪਰ ਜਿਨ੍ਹਾਂ ਦਾ ਪ੍ਰਕਾਸ਼ ਹੋਇਆ, ਤੇ ਦੇਖੋ ਪੁਰਖੀ ਉਹਨਾਂ ਨੂੰ ਇਹ ਸੰਸਕਾਰ ਮਿਲੇ ਨੇ। ਪੁਰਖੀ ਸੰਸਕਾਰ ਤੋਂ ਭਾਵ ਹੈ ਕਿ ਉਹਨਾਂ ਦੇ ਪਿਤਾ ਸਤਿਕਾਰਯੋਗ ਬਾਬਾ ਤੇਜਭਾਨ ਭੱਲੇ ਜੀ, ਉਹ ਆਪ ਭਾਵੇਂ ਕਿ ਤੀਰਥਾਂ ਦਾ ਰਟਨ ਕਰਦੇ ਸਨ, ਉਹਨਾਂ ਦੇ ਜਾਣ ਤੋਂ ਬਾਅਦ ਸਤਿਕਾਰਯੋਗ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਇਹ ਤੀਰਥਾਂ ਦੇ ਉੱਪਰ ਜਾਣ ਦਾ ਜੋ ਕਾਰਜ ਹੈ ਉਹ ਸ਼ੁਰੂ ਰੱਖਿਆ। ਭਾਵੇਂ ਕਿ ਉਹ ਕਰਮ ਪਰਮਾਤਮਾ ਦੇ ਨਾਮ ਦੇ ਵਿੱਚ ਰਹਿ ਕੇ ਜੀਵ ਹੰਕਾਰ ਪੈਦਾ ਕਰ ਲਏ ਤੇ ਕੀਤਾ ਹੋਇਆ ਸਾਰਾ ਕਰਮ ਵਿਅਰਥ ਹੈ। ਸਤਿਗੁਰ ਮਹਾਰਾਜ ਨੇ 19 ਵਾਰੀ ਹਰਿਦੁਆਰ ਦੀ ਯਾਤਰਾ ਕੀਤੀ ਤੇ ਕੱਲਿਆ ਆਪ ਨਹੀਂ, ਕਿਉਂਕਿ ਗੁਰਦੇਵ ਪਾਤਸ਼ਾਹ ਆਪ ਵਪਾਰੀ ਸਨ, ਆਪਣੀ ਹੱਟੀ ਸੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ। ਗੁਰੂ ਸਾਹਿਬ ਦੀ ਆਪਣੀ ਦੁਕਾਨ ਹੈ, ਆਪਣਾ ਰੁਜ਼ਗਾਰ ਕਰਦੇ ਨੇ, ਕਿਰਤੀ ਨੇ, ਔਰ ਕਿਰਤੀ ਹੋਣ ਦੇ ਨਾਲ ਨਾਲ ਜਿੱਥੇ ਤੀਰਥਾਂ ਦੇ ਉੱਪਰ ਜਾਂਦੇ ਨੇ, ਆਪਣੇ ਨਾਲ ਜੇ ਕੋਈ ਲੋੜਵੰਦ ਹੈ ਤੇ ਉਸ ਦੇ ਵੀ ਪੈਸੇ ਖਰਚ ਕੇ ਉਸ ਲਈ ਵੀ ਉਹ ਸਾਰਾ ਪ੍ਰਬੰਧ ਕਰਕੇ, ਜੋ ਰਸਤੇ ਦੇ ਵਿੱਚ ਖਾਣ ਲਈ ਚਾਹੀਦਾ ਉਸ ਦਾ ਸਾਰਾ ਪ੍ਰਬੰਧ ਕਰਕੇ ਉਸ ਨੂੰ ਵੀ ਤੀਰਥਾਂ ਦੇ ਉੱਪਰ ਲੈ ਕੇ ਜਾਂਦੇ ਨੇ। ਪਰ ਗੁਰਦੇਵ ਪਾਤਸ਼ਾਹ ਨੇ ਦੇਖੋ ਤੀਰਥਾਂ ਦਾ ਖੰਡਨ ਨਹੀਂ ਕੀਤਾ। ਅਸੀਂ ਕਈ ਵਾਰ ਕਹਿੰਦੇ ਹਾਂ ਕਿ ਤੀਰਥਾਂ ਦਾ ਖੰਡਨ ਮੈਨੂੰ ਕਹਿਣ ਦੇਣਾ, ਜਿਹੜੇ ਸਾਡੇ ਧਾਰਮਿਕ ਸਥਾਨ ਨੇ ਉਹ ਵੀ ਤੀਰਥ ਇਸ਼ਨਾਨ ਨੇ। ਗੱਲ ਵੱਖਰੀ ਹੈ ਕਿ ਅਸੀਂ ਉਹਨਾਂ ਨੂੰ ਧਾਰਮਿਕ ਗੁਰੂ ਧਾਮ ਕਹਿ ਦਿੱਤਾ, ਪਰ ਹੈ ਉਹ ਵੀ ਤੀਰਥ ਨੇ। ਪਰ ਜੇ ਤੀਰਥਾਂ ਦੇ ਜਾ ਕੇ ਕੇਵਲ ਇਸ਼ਨਾਨ ਤੱਕ ਸੀਮਿਤ ਰਹੇ ਕਿ ਸੋਚਿਆ ਕਿ ਇਸ਼ਨਾਨ ਕਰਕੇ ਪਿਛਲੇ ਕਰਮ ਦੂਰ ਹੋ ਜਾਣਗੇ, ਮਨੁੱਖ ਧੋਤਾ ਗਿਆ ਪਾਪਾਂ ਦੇ ਨਾਲ, ਗੁਰਦੇਵ ਨੇ ਉਸ ਗੱਲ ਦਾ ਖੰਡਨ ਕੀਤਾ ਹੈ। ਮਹਾਰਾਜ ਆਖਦੇ ਨੇ ਕਿ ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਮੇਰਾ ਤੀਰਥਾਂ ਦੇ ਉੱਪਰ ਨਾਣਾ ਤਾਂ ਸਫਲ ਹੈ ਜੇ ਪ੍ਰਭੂ ਨੂੰ ਭਾ ਜਾਏ। ਤੇ ਬਾਬੇ ਨਾਨਕ ਨੂੰ ਸਵਾਲ ਕੀਤਾ ਗੁਰਦੇਵ ਪਾਤਸ਼ਾਹ ਕਿ ਤੀਰਥਾਂ ਪਰ ਜਾਣਾ ਚਾਹੀਦਾ? ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਮੈਂ ਵੀ ਤੀਰਥਾਂ ਪਰ ਜਾਂਦਾ ਹਾਂ। ਗੁਰਦੇਵ ਦੇ ਪਾਵਨ ਬਚਨ ਨੇ ਕਿ ਤੀਰਥ ਨਹਾਵਣ ਜਾਓ, ਤੀਰਥਾਂ ਪਰ ਨਹਾਵਣ ਜਾਂਦਾ ਹਾਂ, ਪਰ ਮੇਰੇ ਵਾਸਤੇ ਤੀਰਥ ਨਾਮ ਹੈ। ਉਹ ਤੀਰਥ ਪਰਮੇਸ਼ਰ ਦਾ ਨਾਮ ਹੈ, ਜਿਸ ਨਾਮ ਦੇ ਨਾਲ ਇਸ ਸਰੀਰ, ਇਸ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਜੋ ਮੈਲ ਲੱਗੀ ਹੋਈ ਹੈ, ਉਹ ਕੇਵਲ ਤੇ ਕੇਵਲ ਹਰੀ ਨਾਮ ਦੇ ਨਾਲ ਹੀ ਅੰਦਰ ਦੀ ਮੈਲ ਦੂਰ ਹੋਏਗੀ।
गुरुदेव पातशाह गुरु अमरदास जी के ये पावन बचन ने कि जन्म जन्म की इस मन को मल लागी काला हुआ स्या, खनली धोती उजली न होवे जे, सो धोवन पाव 100 वारी क्यों ना बाहर का इशनान कर लिया जाए। ते देखो बाबे नानक दे बचन ने महाराज सच्चे पातशाह कहते कि भांडा अच्छा सोए जो तिस भावसी, भांडा अत मलीन धोता हच्चा ना होए सी। जे केवल बाहर तन नूं धोंदे रहे मन नूं नहीं धोता बाणी दे नाल ते फिर बाहर दा इशनान भी किसी काम दा नहीं। गुरु धामां दे विच उन्हां तीर्थां 'च ਇਹ फर्क है कि बाहर दा इशनान करके अंदर हरि नाम दे नाल जो मन नूं मैल लगी हुई है उस नूं उतारना है, केवल बाहर दा इशनान नहीं। कबीर साहब ने तां ही कहा कि जल कै मज्जन जे घट होवै नित नित मैंडक नावै। मैंडक और मच्छी ते पानी दे विच ही नहीं, जे केवल जल दे नाल ही गति होनी होंदी। ते ये गल कदे ना भुलियो, गुरुदेव पातशाह दा ये पावन बचन है कि कर इशनान। फिर दूसरी पंक्ति है सिमर प्रभ अपना। पहला इशनान करना है, शरीर की स्वच्छता जरूरी है, भावें वो तीर्थां दे उपर ही जाके क्यों ना किया जाए। गुरुदेव महाराज दे पावन बचन है कि तीर्थ उधरण सतगुर किया सब लोग उधरण, अर्था के लोगों के उधार लई वो तीर्थ इशनान थापे गए बनाए गए, पर लोगों ने केवल इशनान तक सीमित होकर सोचा कि साड़ी मुक्ति हो जाएगी, साढ़े पाप धोते जाएंगे। गुरु अमरदास जी 19 वारी हरिद्वार की यात्रा गए, पर वो घटना वापरी जो ब्रह्मचारी की संगत की। मैं गल संखेप रखा क्योंकि इतिहास गुरुदेव का बड़ा लंबेरा है। ब्रह्मचारी ने कहा कि भलिया पुरुषा तेरे बचन बड़े सोहने ने, तेरा गुरु कौन है। ते गुरु अमरदास सच्चे पातशाह ने सुभावक के बचन के सन के अजे गुरु धारण नहीं किया। वो ब्रह्मचारी ने कहा कि तेरी काली चली गई, भाव के जवानी तेरी गुजर गई, बुढ़ेपे ने पूरी रूप दे विच दस्तक दे दी है, तेरे केस दुध वर्गे चिट्टे हो गए ने, रब दे घरों पता नहीं कदों सनेहा आ जाए ते अजे तू सोचदा है कि पूरा गुरु मिलेगा, अजे पूरे गुरु की भाल ही तेरी प्राप्त नहीं हुई। ते सच जानना मेरा जीवन अज भ्रष्ट हो गया है, क्योंकि मैं निगुरे की संगत कर ली है। मेरा कीता जप तप सिमरन ये तीर्थां दा इशनान सब व्यर्थ चला गया। वो बचन गुरु अमरदास सच्चे पातशाह के हिरदे च लगे ने। ते धन गुरु अमरदास सच्चे पातशाह अपने घर सारी रात अखां दे विच गुजर गए। सवेर अमृत वेले का वेला होया, धन गुरु अंगद देव सच्चे पातशाह की सपुत्री बीबी अमरो जी। देखो घरां दी ये मर्यादा बड़ी सोहनी होंदी सी परिवारां दे विच। जदों घर दा सवाणियां ने काम करना, भावें चौका करना, भावें रसोई संभालनी, भावें घर दे विच विचरना, बच्चियां दी सेवा करनी, जो भी कारज करने नाल नाल बाणी पढ़ी जाना। ते उन्हां सवाणियां नूं सत्कारयोग बीबियां नूं बाणी बड़ी कंठ होंदी सी। आसा की वार, सुखमनी कंठ, नितनेम दीयां बाणियां कंठ। अज असी उस पक्ष तो बड़े अवेसले हो चुके हैं, ना बाणी सानू याद है, ना ही फिर असी बच्चियां नूं विरासत चो दे चुके हैं। नहीं तो कई बारी मैनू ऐसे परिवारों के नाल मिलन नूं मौका मिलता है, वो कहते ने बच्चे कि भाई साहब असी तो बाणी नहीं पढ़ी, पर साडी दादी बहुत बाणी पढ़ती सी, साडी नानी बहुत बाणी पढ़ती सी, ते बाणी पढ़न करके सानू वो बोल वो बाणी याद है। असी आप कोई एफर्ट नहीं किया, पर बजुर्गों ने इतनी बार बाणी पढ़ी कि वो बाणी जपजी साहब की बाणी है, रहराज साहब की बाणी है, चौपाई साहब जी की बाणी है। ये बाणियां जो नितनैम ने ये सानू याद ने, क्योंकि घर के अंदर साडे बजुर्ग पढ़ते सन। हुण वो माहौल वो सिੱਖੀ वाला दूर जा रही है, इसे करके साडे बच्चे अज बाणी के पक्षों गुरु घर की सेवा के पक्षों अवेसले हो रहे ने। वो जिम्मेवारियां की घाट साडी अपनी कमी है जो असी बच्चियां नूं नहीं दे पा रहे हाँ। खैर सतगुरु धन गुरु अमरदास महाराज बीबी अमरो जी ने जदों सवेरे अमृत वेले उठ के दुध रिड़कण लई पाया ते बाणी का पाठ करी गए,
ਤੇ ਉੱਥੇ ਫਿਰ ਬਚਨ ਆਇਆ ਕਿ ਭਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਹ। ਇਹ ਸ਼ਬਦ ਬੜਾ ਲੰਬੇਰਾ ਹੈ, ਇਹਦੀ ਵਿਆਖਿਆ ਉੱਪਰ ਮੈਂ ਸੰਖੇਪ ਜੀ ਗੱਲ ਕਰਾਂ ਕਿਉਂਕਿ ਸਮੇਂ ਦਾ ਵੀ ਧਿਆਨ ਰੱਖਣਾ ਹੈ। ਗੁਰੂ ਅਮਰਦਾਸ ਮਹਾਰਾਜ ਇਹਨਾਂ ਪਾਵਨ ਬਚਨਾਂ ਨੂੰ ਸੁਣ ਕੇ ਬੀਬੀ ਅਮਰੋ ਜੀ ਦੇ ਕੋਲ ਪਹੁੰਚੇ ਨੇ। ਬੇਨਤੀ ਕੀਤੀ ਬੀਬੀ ਅਮਰੋ ਜੀ ਨੂੰ ਕਿ ਇਹਨਾਂ ਦੀ ਬਾਣੀ ਹੈ। ਉਹਨਾਂ ਨੇ ਕਿਹਾ ਕਿ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ, ਜਿਨ੍ਹਾਂ ਦੀ ਗੱਦੀ ਦੇ ਉੱਪਰ ਸਤਿਕਾਰਯੋਗ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਿਤਾ ਜੀ ਬਿਰਾਜਮਾਨ ਨੇ। ਬਾਬਾ ਅਮਰਦਾਸ ਨੇ ਬੇਨਤੀ ਕੀਤੀ ਬੀਬੀ ਅਮਰੋ ਜੀ ਨੂੰ ਕਿ ਮੈਨੂੰ ਗੁਰੂ ਸਾਹਿਬ ਕੋਲ ਲੈ ਕੇ ਚੱਲੋ। ਖੈਰ ਪਰਿਵਾਰ ਤੇ ਸਲਾਹ ਕੀਤੀ ਤੇ ਉਸ ਤੋਂ ਬਾਅਦ ਬੀਬੀ ਅਮਰੋ ਜੀ ਸਤਿਕਾਰਯੋਗ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਬਾਬਾ ਅਮਰਦਾਸ ਜੀ ਨੂੰ ਲੈ ਕੇ ਪਹੁੰਚੇ ਨੇ। ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਖਡੂਰ ਸਾਹਿਬ ਦੀ ਧਰਤੀ ਪਰ ਪਹੁੰਚੇ ਤੇ ਜਿਵੇਂ ਹੁਣ ਰਿਸ਼ਤਾ ਜਿਹੜਾ ਹੈ ਉਹ ਕੁੜਮਾ ਚਾਹੀਦਾ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਚਿੱਟੀ ਚਾਦਰ ਲਈ ਹੋਈ ਕੇਸ ਲਿਆ ਹੋਇਆ ਹੈ। ਸਤਕਾਰ ਲਈ ਉੱਠਣ ਲੱਗੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਜਾ ਕੇ ਪੈਰਾਂ ਦੇ ਚਰਨ ਬੋਸੀ ਕੀਤੀ, ਨਮਸਕਾਰ ਕੀਤੀ, ਮੱਥਾ ਟੇਕਿਆ ਕਿ ਅੱਜ ਕੁੜਮ ਨਹੀਂ, ਅੱਜ ਸੇਵਕ ਬਣ ਕੇ ਆਇਆ, ਮਾਲਕ ਜੀ ਆਪਣੇ ਚਰਨਾਂ ਦੇ ਥਾਂ ਦੇ ਦਿਓ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਦੇ ਉੱਪਰ ਬਾਬਾ ਅਮਰਦਾਸ ਸੱਚੇ ਪਾਤਸ਼ਾਹ ਨੇ 1 ਸਾਲ 2 ਸਾਲ ਨਹੀਂ, ਸਾਧ ਸੰਗਤ 12 ਸਾਲ ਦੀ ਅਣਥਕ ਸੇਵਾ ਹੈ। ਹੁਣ ਦੇਖੋ ਕਹਿਣ ਦੇ ਵਿੱਚ ਕੁਝ ਸੈਕਿੰਡ ਲੱਗੇ ਨੇ 12 ਸਾਲ, ਪਰ ਉਹ 12 ਸਾਲ ਭਾਵੇਂ ਆਂਧੀ ਆਏ, ਤੂਫਾਨ ਆਏ, ਬਾਰਿਸ਼ ਹੈ, ਗਰਮੀ ਹੈ, ਸਰਦੀ ਹੈ, ਕੈਸਾ ਵੀ ਮੌਸਮ ਹੈ, ਮਹਾਰਾਜ ਨੇ ਇੱਕ ਲਗਾਤਾਰ ਜਿਹੜੀ ਹੈ ਉਹ ਸੇਵਾ ਬਿਨਾਂ ਨਾਗੇ ਤੋਂ ਅੰਮ੍ਰਿਤ ਵੇਲੇ ਉੱਠ ਕੇ ਬਿਆਸ ਤੋਂ ਜਾ ਕੇ ਸਾਗਰ ਦੇ ਵਿੱਚੋਂ ਪਾਣੀ ਭਰ ਕੇ ਬਿਨਾਂ ਨਾਗੇ ਤੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕੀਤੀ। ਜੋ ਪਹਿਲੇ ਸੇਵਾ ਸਤਿਕਾਰਯੋਗ ਮਾਤਾ ਖੀਵੀ ਜੀ ਕਰਦੇ ਸਨ ਇਸ਼ਨਾਨ ਦੀ, ਬਾਬਾ ਅਮਰਦਾਸ ਨੇ ਮੰਗ ਕੇ ਇਹ ਸੇਵਾ ਗੁਰੂ ਅੰਗਦ ਦੇਵ ਮਹਾਰਾਜ ਦੀ ਆਪ ਜਿੰਮੇ ਲਈ। 12 ਸਾਲ ਦੀ ਅਣਥਕ ਸੇਵਾ। ਤੇ ਜਦੋਂ ਇਤਿਹਾਸ ਆਖਦਾ ਹੈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਨੂੰ ਭਾਗ ਲੱਗੇ ਤੇ ਜੁਲਾਹੀ ਨੇ ਇਹ ਬਚਨ ਕਹੇ ਸਨ ਕਿ ਜਦੋਂ ਧੰਨ ਗੁਰੂ ਅਮਰਦਾਸ ਅੰਮ੍ਰਿਤ ਵੇਲੇ ਆ ਰਹੇ ਨੇ, ਹਨੇਰੇ ਦਾ ਸਮਾਂ ਹੈ, ਪੈਰ ਖੱਟੀ ਦੇ ਨਾਲ ਇੰਜ ਕਹਿ ਲਵਾਂ ਕਿਸੇ ਕਿੱਲੇ ਦੇ ਨਾਲ ਅੜਿਆ ਤੇ ਸਤਿਗੁਰ ਪਾਤਸ਼ਾਹ ਡਿੱਗ ਪਏ। ਤੇ ਜੁਲਾਹੀ ਨੂੰ ਜੁਲਾਹਾ ਪੁੱਛਣ ਲੱਗਾ ਕੌਣ ਹੈ, ਪ੍ਰਭਾਤ ਵੇਲੇ ਦਾ ਵੇਲਾ ਹੈ। ਤੇ ਜੁਲਾਹੀ ਨੇ ਕਿਹਾ ਸੀ ਕੌਣ ਹੋਣਾ ਹੈ, ਇਹ ਅਮਰੂ ਨਿਥਾਵਾ ਹੈ ਜੋ ਕੁੜਮਾਂ ਦੇ ਘਰ 2 ਟੁਕੜਾਂ ਦੇ ਖਾਤਰ ਪਿਆ ਹੋਇਆ ਹੈ, ਨਾ ਦਿਨੇ ਆਰਾਮ ਕਰਦਾ ਨਾ ਰਾਤੀ ਆਰਾਮ ਕਰਦਾ ਹੈ। ਬਾਬਾ ਅਮਰਦਾਸ ਨੇ ਬਚਨ ਕਹੇ ਸਨ ਕਿ ਮੈਂ ਨਿਥਾਵਾ ਨਹੀਂ, ਮੈਂ ਥਾਂ ਵਾਲਾ ਹਾਂ, ਤੂੰ ਕਮਲੀ ਹੋ ਗਈ ਏ। ਤੇ ਇਤਿਹਾਸ ਆਖਦਾ ਹੈ ਕਿ ਉਹ ਜੁਲਾਹੀ ਕਮਲੀ ਹੋ ਗਈ ਸੀ, ਝੱਲੀ ਹੋ ਗਈ ਸੀ। ਉਹ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ 'ਚ ਆਏ, ਸਾਰੀ ਘਟਨਾ ਦਾ ਮਹਾਰਾਜ ਨੂੰ ਪਤਾ ਲੱਗਾ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਪਾਤਸ਼ਾਹ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਪਰ ਬਿਰਾਜਮਾਨ ਕਰਕੇ 12 ਵਰ ਦੇ ਕੇ ਨਿਵਾਜਿਆ ਤੇ ਬਚਨ ਕੇ ਸਨ ਕਿ ਧੰਨ ਗੁਰੂ ਅਮਰਦਾਸ ਜੀ ਤੁਸੀਂ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਪੱਤਿਆਂ ਦੀ ਪੱਤ, ਨਿਗਤਿਆਂ ਦੀ ਗੱਤ, ਨਿਆਸਰਿਆਂ ਦੇ ਆਸਰੇ। ਜੇ ਕਿਤੇ ਖਡੂਰ ਜਾਣ ਦਾ ਆਪ ਨੂੰ ਸਮਾਂ ਮਿਲੇ ਨਾ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਕ ਮਲ ਅਖਾੜਾ ਤੇ ਇੱਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਦਾ ਸਥਾਨ, ਉੱਥੇ ਬਕਾਇਦਾ ਇਹ ਸਾਰੇ ਵਾਰ ਲਿਖ ਕੇ ਪੱਟੀ ਦੇ ਉੱਪਰ ਲਿਖੇ ਹੋਏ ਨੇ, ਉੱਥੋਂ ਪੜ੍ਹ ਵੀ ਸਕਦੇ ਹੋ ਕਦੇ ਜਾਣ ਦਾ ਸਮਾਂ ਮਿਲੇ ਤੇ। ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਪਰ ਬਿਰਾਜਮਾਨ ਹੋਏ। ਗੁਰਦੇਵ ਨੇ ਬੜੇ ਪਰਉਪਕਾਰ ਕੀਤੇ। ਜੋ 19 ਰਾਗਾਂ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਸੀ, 17 ਰਾਗਾਂ ਅੰਦਰ ਗੁਰੂ ਅਮਰਦਾਸ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ। ਆਨੰਦ ਸਾਹਿਬ ਵਰਗੀ ਅੰਮ੍ਰਿਤ ਬਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੇ ਗੋਬਿੰਦਵਾਲ ਦੀ ਧਰਤੀ ਉੱਪਰ ਪ੍ਰੇਮੇ ਨਾਮ ਦਾ ਕੋੜ ਦਾ ਰੋਗ ਹੋਇਆ ਤੇ ਉਹ ਆਖਦਾ ਸੀ ਮੈਂ ਗਿਆ ਕਛੋਟਾ ਲੱਦਾ ਜੀ, ਮੈਂ ਗਿਆ ਕਛੋਟਾ ਲੱਦਾ। ਤੇ ਸਿੱਖਾਂ ਨੇ ਆ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕੀਤੀ, ਗੁਰਦੇਵ ਇਹ ਰੋਜ਼ ਇਹ ਕਹਿੰਦਾ ਹੈ ਕਿ ਮੈਂ ਗਿਆ ਕਛੋਟਾ ਲੱਦਾ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਮੁਸਕਰਾ ਪਏ, ਕਹਿਣ ਲੱਗੇ ਲੈ ਕੇ ਆਓ।
ਸਤਿਗੁਰੂ ਮਹਾਰਾਜ ਜਿੱਥੋਂ ਇਸ਼ਨਾਨ ਮਹਾਰਾਜ ਨੇ ਸੱਚੇ ਪਾਤਸ਼ਾਹ ਆਪ ਇਸ਼ਨਾਨ ਕਰਦੇ ਸਨ, ਚਬੱਚੇ ਦੇ ਵਿੱਚ ਉਸ ਪ੍ਰੇਮੇ ਨਾਮ ਦੇ ਕੋੜੀ ਨੂੰ ਇਸ਼ਨਾਨ ਕਰਾਇਆ, ਉਹਦਾ ਕੋੜ ਦਾ ਰੋਗ ਦੂਰ ਹੋਇਆ। ਤੇ ਗੁਰਦੇਵ ਪਾਤਸ਼ਾਹ ਨੇ ਭਰੇ ਦਰਬਾਰ ਅੰਦਰ ਬੇਨਤੀ ਕੀਤੀ ਭਈ ਇਸ ਸਿੱਖ ਲਈ ਕੋਈ ਆਪਣੀ ਬੱਚੀ ਜਿਹੜੀ ਹੈ ਵਿਆਹ ਲਈ ਦੇ। ਤੇ ਦਰਬਾਰ ਦੇ ਵਿੱਚੋਂ ਫਿਰ ਇੱਕ ਬੱਚੀ ਲਈ ਇੱਕ ਪਿਤਾ ਨੇ ਆਪਣੇ ਵਰ ਲਈ ਬੇਨਤੀ ਕੀਤੀ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਜਿੱਥੇ ਪ੍ਰੇਮੇ ਦਾ ਨਾਮ ਮੱਥੋ ਰੱਖਿਆ, ਮੁਰਾਰੀ ਰੱਖਿਆ, ਤੇ ਮੱਥੋ ਨਾਮ ਦੀ ਬੱਚੀ ਦੇ ਨਾਲ ਉਹਦਾ ਆਨੰਦ ਕਾਰਜ ਕਰਾਇਆ। ਤੇ ਜਿਹੜੀਆਂ 22 ਮੰਜੀਆਂ ਸਨ, ਉਹਨਾਂ 22 ਮੰਜੀਆਂ ਦੇ ਚੋਂ ਇੱਕ ਮੰਜੀ ਮੱਥੋ ਤੇ ਮੁਰਾਰੀ ਦੇ ਨਾਮ ਦੀ ਮਹਾਰਾਜ ਨੇ ਥਾਪੀ ਸੀ। ਹੁਣ ਗੁਰਦੇਵ ਪਾਤਸ਼ਾਹ ਦੇ ਪਰਉਪਕਾਰ ਇਸਤਰੀ ਜਾਤੀ ਦੇ ਉੱਪਰ ਜਿਹੜਾ ਬਹੁਤ ਵੱਡਾ ਘਾਣ ਹੋ ਰਿਹਾ ਸੀ, ਸਤੀ ਪ੍ਰਥਾ। ਤੁਸੀਂ ਜਾਣਦੇ ਹੋ ਕਿ ਜਿਸ ਇਸਤਰੀ ਦਾ ਪਤੀ ਸੰਸਾਰ ਚੜ੍ਹਾਈ ਕਰ ਜਾਏ ਉਹਨੂੰ ਜਿੰਦਿਆਂ ਹੋਇਆਂ ਚਿਖਾ ਦੇ ਸਾੜਿਆ ਜਾਂਦਾ ਸੀ। ਗੁਰੂ ਅਮਰਦਾਸ ਮਹਾਰਾਜ ਨੇ ਸਤੀ ਪ੍ਰਥਾ ਬੰਦ ਕਰਵਾਈ ਤੇ ਬਕਾਇਦਾ ਇਸ ਨੂੰ ਅਕਬਰ ਦੇ ਦਰਬਾਰ ਦੇ ਵਿੱਚੋਂ ਐਲਾਨੀਆ ਤੌਰ ਦੇ ਉੱਪਰ ਸਰਕਾਰੀ ਰੂਪ ਦੇ ਇਹਨੂੰ ਬੰਦ ਕਰਵਾਇਆ ਗਿਆ। ਪਰ ਗੁਰਦੇਵ ਪਾਤਸ਼ਾਹ ਨੇ ਦੇਖਿਆ ਵੀ ਅਜੇ ਵੀ ਉਹਨਾਂ ਇਸਤਰੀਆਂ ਨੂੰ ਸੰਸਾਰ ਦੇ ਅੰਦਰ ਕੋਈ ਲੋਕੀ ਸਨਮਾਨ ਦੇ ਨਾਲ ਨਹੀਂ ਦੇਖਦੇ, ਉਹਨਾਂ ਦੀ ਕੋਈ ਬਹੁਤੀ ਇੱਜ਼ਤ ਨਹੀਂ ਕਰਦੇ। ਗੁਰਦੇਵ ਪਾਤਸ਼ਾਹ ਨੇ ਫਿਰ ਪੁਨਰ ਵਿਵਾਹ, ਇਹ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਸ਼ੁਰੂ ਹੋਇਆ। ਤੇ ਪੰਡਤਾਂ ਨੇ ਇਹ ਕਹਿ ਕੇ ਪਿੱਛੇ ਹਟ ਗਏ ਭਈ ਅਸੀਂ ਇਹਨਾਂ ਵਿਧਵਾਵਾਂ ਦਾ ਵਿਆਹ ਨਹੀਂ ਕਰਾਂਗੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਅਰਦਾਸਾਂ ਸੋਧ ਕੇ ਉਹਨਾਂ ਵਿਧਵਾਵਾਂ ਦਾ, ਉਹਨਾਂ ਦੇ ਲਈ ਚੰਗੇ ਵਰ ਲੋੜ ਕੇ ਆਨੰਦ ਕਾਰਜ ਸ਼ੁਰੂ ਕੀਤਾ, ਜੋ ਆਉਣ ਵਾਲੇ ਸਮੇਂ ਅੰਦਰ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਲਾਵਾਂ ਵਰਗੀ ਪਾਵਨ ਬਾਣੀ ਉਚਾਰਨ ਕੀਤੀ ਤੇ ਲਾਵਾਂ ਔਰ ਆਨੰਦ ਸਾਹਿਬ ਦੇ ਨਾਲ ਇਹ ਆਨੰਦ ਕਾਰਜ ਮੁਕੰਮਲ ਹੋਣ ਲੱਗਾ। ਪਰ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹ ਪਾਵਨ ਜਿਹੜੀ ਹੈ ਮਰਿਆਦਾ ਜਿਹੜੀ ਹੈ ਸਥਾਪਿਤ ਕੀਤੀ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੰਸਾਰ ਤੋਂ ਜਾਣ ਲੱਗੇ। ਪਿਛਲੇ ਦਿਨੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪਾਵਨ ਗੁਰਤਾ ਗੱਦੀ ਗੁਰਪੁਰਬ ਦਾ ਇਤਿਹਾਸ ਆਪ ਨਾਲ ਸਾਂਝਾ ਕੀਤਾ ਹੈ। ਸਤਿਗੁਰੂ ਮਹਾਰਾਜ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਸ਼ਬਦ ਦਾ ਨਿਸ਼ਾਨ, ਮੈਂ ਫਿਰ ਦੁਹਰਾਦੇ ਹਾਂ, ਪਹਿਲਾਂ ਵੀ ਅਰਜ਼ ਕੀਤੀ ਸੀ, ਨਾ ਨਾਰੀਅਲ ਨਾ 5 ਪੈਸੇ, ਸ਼ਬਦ ਦਾ ਨਿਸ਼ਾਨ ਗੁਰੂ ਅਮਰਦਾਸ ਮਹਾਰਾਜ ਨੇ ਪਾਪ ਕੇ ਬਾਣੀ ਦੀਆਂ ਪੋਥੀਆਂ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਝੋਲੀ ਦੇ ਵਿੱਚ ਕਰ ਕਮਲਾਂ ਦੇ ਵਿੱਚ ਰੱਖ ਕੇ ਅੱਗੇ ਮੱਥਾ ਟੇਕ ਦਿੱਤਾ। ਤੇ ਗੁਰਦੇਵ ਫਿਰ ਹੁਣ ਤਿਆਰੀ ਜਦੋਂ ਕਰਨ ਲੱਗੇ ਤੇ ਸਤਿਗੁਰੂ ਮਹਾਰਾਜ ਨੇ ਫਿਰ ਸੱਚ ਜਾਣਦਾ ਸਿੱਖਾਂ ਨੂੰ ਇੱਕ ਮਰਿਆਦਾ ਜਿਹੜੀ ਹੈ ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਆਪ ਬਖਸ਼ਿਸ਼ ਕੀਤੀ ਹੈ। ਸਾਡੇ ਘਰਾਂ ਦੇ ਵਿੱਚ ਸੁੱਖ ਦੁੱਖ ਵਾਪਰਦਾ ਹੈ ਨਾ, ਅਸੀਂ ਗੁਰੂ ਮਰਿਆਦਾ ਅਨੁਸਾਰ ਭਾਵੇਂ ਸੁੱਖ ਹੈ ਤੇ ਭਾਵੇਂ ਦੁੱਖ ਹੈ ਮਰਿਆਦਾ ਜਿਹੜੀ ਹੈ ਕਰਦੇ ਆ। ਪਰ ਸੱਚ ਜਾਣਨਾ ਇਹ ਗੁਰੂ ਅਮਰਦਾਸ ਮਹਾਰਾਜ ਨੇ ਲਿਖਤੀ ਰੂਪ ਦੇ ਵਿੱਚ ਜੋ ਬਾਬਾ ਸੁੰਦਰ ਜੀ ਦੀ ਬਾਣੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਵਸੀਅਤਨਾਮਾ ਕਿਹਾ ਜਾਂਦਾ ਹੈ ਕਿ ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਸਤਿਗੁਰ ਨੇ ਆਪਣੇ ਭਾਣੇ ਦੇ ਸਾਰੇ ਪਰਿਵਾਰ ਨੂੰ ਸਦਾਇਆ, ਸਾਰੇ ਨੂੰ ਬੁਲਾਇਆ ਤੇ ਕੀ ਮਰਿਆਦਾ ਲਾਗੂ ਕੀਤੀ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਹੁਕਮ ਕੀਤਾ ਕਿ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੋਲ ਨਾ ਪਾਇਆ। ਮੇਰੇ ਪਿੱਛੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ ਹੈ। ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਤੇ ਗੁਰਦੇਵ ਪਾਤਸ਼ਾਹ ਨੇ ਕਿਹਾ ਸੀ ਕਿ ਤੁਸੀਂ ਬਾਣੀ ਦਾ ਕੀਰਤਨ ਕਰਨਾ। ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਸੰਸਾਰ ਤੋਂ ਤੁਰੇ ਤੇ ਉਹ ਵੀ ਕਹਿਣ ਲੱਗੇ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਸੀ ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੈ ਮਿਤ ਵਿਗਸੈ ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ। ਫਿਰ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਗੋਪਾਲ ਜੀਓ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੈ ਪੁਰਾਣ ਜੀਓ। ਇਹਦੇ ਕੇਸੋ ਪੰਡਿਤ ਤੋਂ ਭਾਵ ਹੈ ਕੇਸਾਂ ਵਾਲਾ ਗੁਰਸਿੱਖ ਵਿਦਵਾਨ ਜਿਹੜਾ ਹੈ ਉਸ ਨੂੰ ਸਦਿਓ ਤੇ ਫਿਰ ਬਾਣੀ ਦਾ ਕੀਰਤਨ ਹੋਏ, ਗੁਰਮਤਿ ਦੀਆਂ ਵਿਚਾਰਾਂ ਹੋਣ। ਇਹ ਗੁਰਦੇਵ ਪਾਤਸ਼ਾਹ ਨੇ ਮਰਿਆਦਾ ਜਿਹੜੀ ਹੈ ਇਹ ਥਾਪ ਦਿੱਤੀ ਬਾਣੀ ਦੇ ਵਿੱਚ। ਸਾਨੂੰ ਬਾਣੀ ਦੇ ਰਾਹੀਂ ਇਹ ਮਰਿਆਦਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਤੇ ਦੇਖੋ ਭੱਟ ਸਾਹਿਬਾਨਾਂ ਦੇ 2 ਸਵੀਏ ਮੈਂ ਆਪਣਾ ਸਾਂਝੇ ਕਰਕੇ ਸਮਾਪਤੀ ਕਰਾਂ। ਭੱਟ ਸਾਹਿਬਾਨ ਆਖਦੇ ਨੇ
ਆਖਦੇ ਨੇ ਕਿ ਚਰਨ ਹੀ ਉਹ ਸਫਲੇ ਨੇ ਜਿਨ੍ਹਾਂ ਚਰਨਾਂ ਦੇ ਨਾਲ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇਰੇ ਰਾਹ ਦੇ ਉੱਪਰ ਅਸੀਂ ਤੁਰਦੇ ਹਾਂ। ਮਨੁੱਖ ਸਾਰਾ ਜੀਵਨ ਸਾਰੀ ਜ਼ਿੰਦਗੀ ਤੁਰਦਾ ਹੈ, ਪਰ ਚਰਨ ਚਲੇ ਹੋਏ ਉਹ ਸਫਲੇ ਨੇ ਜਿਸ ਨੂੰ ਮਹਾਰਾਜ ਆਖਦੇ ਨੇ ਕਿ ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਕਿ ਚਰਨ ਚੱਲੇ ਹੋਏ ਉਹ ਸਫਲੇ ਨੇ ਜੋ ਗੁਰੂ ਅਮਰਦਾਸ ਪਾਤਸ਼ਾਹ ਤੇਰੇ ਦੱਸੇ ਹੋਏ ਰਾਹ ਦੇ ਉੱਪਰ ਤੁਰਦੇ ਨੇ। ਹੱਥ ਉਹ ਸਫਲੇ ਨੇ ਹੱਥਾਂ ਦੇ ਨਾਲ ਸਾਰਾ ਜੀਵਨ ਕਾਰਜ ਕੀਤੇ, ਪਰ ਜਿਨ੍ਹਾਂ ਹੱਥਾਂ ਦੇ ਨਾਲ ਮਾਲਕ ਦੇ ਚਰਨਾਂ ਦੀ ਸੇਵਾ ਕੀਤੀ, ਗੁਰੂ ਘਰ ਦੀ ਸੇਵਾ ਕੀਤੀ, ਹੱਥ ਉਹ ਸਫਲੇ ਨੇ। ਜ਼ਬਾਨ ਦੇ ਨਾਲ ਬੜਾ ਕੁਝ ਬੋਲਿਆ, ਪਰ ਜ਼ਬਾਨ ਉਹ ਸਫਲੀ ਹੈ ਜਿਸ ਜ਼ਬਾਨ ਦੇ ਨਾਲ ਮਾਲਕ ਦੇ ਗੁਣ ਗਾਏ। ਅੱਖਾਂ ਉਹ ਸਫਲੀਆਂ ਨੇ ਜਿਨ੍ਹਾਂ ਅੱਖਾਂ ਦੇ ਨਾਲ ਗੁਰੂ ਪੀਰ ਦੇ ਦਰਸ਼ਨ ਕੀਤੇ ਕਿ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਫਿਰ ਆਖਦੇ ਨੇ ਕਿ ਕੰਨ ਉਹ ਸਫਲੇ ਨੇ ਜਿਨ੍ਹਾਂ ਕੰਨਾਂ ਦੇ ਨਾਲ ਮਾਲਕ ਦੀ ਬਾਣੀ ਸੁਣੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇਰੀ ਬਾਣੀ ਦੇ ਨਾਲ ਸਾਂਝ ਪਾਈ। ਮਸਤਕ ਉਹ ਸਫਲਾ ਹੈ ਜਿਸ ਮਸਤਕ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੇਰੇ ਚਰਨਾਂ ਦੇ ਜਾ ਕੇ ਝੁਕਿਆ, ਉਹ ਮਸਤਕ ਸਫਲਾ। ਪੜ ਸਾਹਿਬਾਨਾਂ ਨੇ ਪਾਵਨ ਬਾਣੀ ਦੇ ਬਚਨ ਕੀਤੇ ਨੇ, ਉਹ ਆਖਦੇ ਨੇ ਕਿ ਚਰਨ ਤਾਂ ਪਰ ਸਕਿਆਥ, ਚਰਨ ਗੁਰ ਅਮਲ ਪਵਲ ਰਹਿ। ਹੱਥ ਤਾਂ ਪਰ ਸਕਿਆਥ, ਹੱਥ ਲੱਗੈ ਗੁਰ ਅਮਰ ਪੈ। ਜੀ ਤਾਂ ਪਰ ਸਕਿਆਥ, ਜੀ ਗੁਰ ਅਮਰ ਭਣੀਜੈ। ਨੈਣ ਤਾਂ ਪਰ ਸਕਿਆਥ, ਨੈਣ ਗੁਰ ਅਮਰ ਪਿਖੀਜੈ। ਸ਼ਰਵਣ ਤਾਂ ਪਰ ਸਕਿਆਥ, ਸ਼ਰਵਣ ਗੁਰ ਅਮਰ ਸੁਣੀਜੈ। ਸਕਿਆਥ ਸੋ ਹਿਓ ਜਿਤ ਹੀਐ ਬਸੈ ਗੁਰ ਅਮਰਦਾਸ ਜਗਤ ਪਿਤ। ਸਕਿਆ ਸੋ ਸਿਰ ਜਾਲ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ। ਉਹ ਸੀਸ ਵੀ ਸਫਲਾ ਹੈ ਜੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇਰੇ ਚਰਨਾਂ ਤੇ ਝੁਕਦਾ ਹੈ, ਕਿਉਂਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਪਟ ਜਾਲਬ ਜੀ ਦਾ ਹੀ ਬਚਨ ਹੈ। ਪਟ ਜਾਲਬ ਜੀ ਆਖਦੇ ਨੇ ਕਿ ਤੈ ਪੜਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ। ਗੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੂੰ ਕੇਵਲ ਇੱਕ ਨਿਰੰਕਾਰ ਪਰਮਾਤਮਾ ਨੂੰ ਪੜਿਆ ਹੈ। ਤੈ ਪੜਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ। ਤੂੰ ਕੇਵਲ ਸਾਰੀ ਜ਼ਿੰਦਗੀ ਇੱਕ ਨੂੰ ਪਛਾਣਿਆ। ਫਿਰ ਆਖਦੇ ਨੇ ਕਿ ਨੈਣ ਬੈਣ ਮੂੰਹ ਇੱਕ, ਤੇਰੇ ਨੈਣਾਂ ਦੇ ਵਿੱਚ ਅੱਖਾਂ ਦੇ ਵਿੱਚ ਤੇਰੀ ਦ੍ਰਿਸ਼ਟੀ ਅੰਦਰ ਵੀ ਇੱਕ ਹੈ। ਬੈਣ ਤੂੰ ਭਾਵ ਤੇਰੇ ਬਚਨਾਂ ਦੇ ਵਿੱਚ ਵੀ, ਤੇਰੇ ਮੁਖ ਦੇ ਵਿੱਚ ਵੀ ਇੱਕ ਹੀ ਹੈ। ਨੈਣ ਬੈਣ ਮੂੰਹ ਇੱਕ, ਇੱਕ ਤੋਂ ਠਾਈ ਨਾ ਜਾਣਿਓ, ਇੱਕ ਤੋਂ ਬਿਨਾਂ ਤੂੰ ਦੂਸਰੇ ਕਿਸੇ ਨੂੰ ਜਾਣਿਆ ਹੀ ਨਹੀਂ। ਸੁਪਨ ਇੱਕ ਪ੍ਰਤੱਖ ਇੱਕ, ਤੈਨੂੰ ਸੁਪਨਿਆਂ ਅੰਦਰ ਵੀ ਉਸ ਮਾਲਕ ਦੇ ਹੀ ਸੁਪਨੇ ਆਉਂਦੇ ਨੇ। ਜੋ ਕਬੀਰ ਸਾਹਿਬ ਆਖਦੇ ਨੇ ਕਿ ਸੁਪਨੇ ਹੂੰ ਬਰੜਾਏ ਕਹਿ ਜੈ ਮੁਖ ਨਿਕਸੈ ਰਾਮ। ਜਿਨ੍ਹਾਂ ਨੂੰ ਸੁਪਨੇ ਦੇ ਵਿੱਚ ਬਰੜਾ ਕੇ ਰਾਮ ਦਾ ਨਾਮ ਨਿਕਲੇ, ਕਬੀਰ ਸਾਹਿਬ ਆਖਦੇ ਨੇ ਕਿ ਤਾਂ ਕਿ ਪੱਗ ਕੀ ਪਨ ਹੀ, ਉਹਦੇ ਪੈਰਾਂ ਦੀ ਮੈਂ ਪਨ ਹੀ ਬਣ ਜਾਵਾਂ, ਜੋੜਾ ਬਣ ਜਾਵਾਂ, ਮੇਰੇ ਤਨ ਕੋ ਚਾਂ, ਮੇਰੇ ਤਨ ਦਾ ਚਮੜਾ ਬਣ ਜਾਏ। ਨੈਣ ਬੈਣ ਮੂੰਹ ਇੱਕ, ਇੱਕ ਤੋਂ ਠਾਏ ਨਾ ਜਾਣਿਓ। ਸੁਪਨ ਇੱਕ ਪ੍ਰਤੱਖ ਇੱਕ, ਇਕਸ ਮੈਂ ਲੀਨੋ। ਅੱਗੇ ਬੜੀ ਕਮਾਲ ਦੀ ਪੰਕਤੀ ਹੈ। ਉਹ ਆਖਦੇ ਨੇ ਕਿ 30 ਇੱਕ, 30 ਤੋਂ ਭਾਵ 30 ਦਿਹਾੜਿਆਂ ਦੇ ਵਿੱਚ, ਭਾਵ ਕਿ 30 ਦਿਹਾੜੇ ਸਾਲ ਸਦੀ ਔਰ ਯੁੱਗ, ਭਾਵ ਕਿ ਸਦਾ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਤੇਰੇ ਹਿਰਦੇ ਅੰਦਰ ਉਹ ਇੱਕ ਹੈ। 30 ਇੱਕ ਅਰ 5 ਸਿੱਧ। ਇਥੇ 5 ਤੋਂ ਭਾਵ ਹੈ ਜੋ 5 ਤੱਤ ਨੇ, ਭਾਵ ਕਿ ਸਾਰੀ ਸ੍ਰਿਸ਼ਟੀ ਅੰਦਰ 35 ਨਾ ਖੀਣੋ, ਜੋ 35 ਅੱਖਰਾਂ ਦੇ ਵਿੱਚ ਤੇ 35 ਅੱਖਰਾਂ ਤੋਂ ਇਹ ਬਾਣੀ ਬਣੀ ਹੈ। ਉਹ ਅਬਨਾਸੀ ਸਦਾ ਕਾਇਮ ਰਹਿਣ ਵਾਲਾ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ ਤੇ ਸਾਰੇ ਅੱਖਰਾਂ ਦੇ ਵਿੱਚ ਹੈ। ਇੱਕੋ ਜੇ ਲੱਖ ਲੱਖੋਂ ਅਲੱਖ ਹੈ। ਉਸ ਇੱਕ ਤੋਂ ਹੀ ਲੱਖਾਂ ਜੀ ਬਣੇ, ਪਰ ਉਹਨਾਂ ਲੱਖਾਂ ਤੋਂ ਉਹ ਅਲੱਖ ਹੈ। ਸਾਰਿਆਂ ਨੇ ਇਸ ਨੂੰ ਨਹੀਂ ਜਾਣਿਆ, ਉਸ ਮਾਲਕ ਨੂੰ ਸਾਰਿਆਂ ਨੂੰ ਬਿਆਨ ਨਹੀਂ ਕੀਤਾ, ਸਾਰਿਆਂ ਨੇ ਵਰਣਨ ਨਹੀਂ ਕੀਤਾ, ਪਰ ਸਤਿਗੁਰ ਆਖਦੇ ਨੇ ਤੂੰ ਇੱਕ ਇੱਕ ਕਰ ਵਰਣਿਓ ਦਾਤਾ। ਤੂੰ ਸਾਰਿਆਂ ਨੂੰ ਇੱਕ ਇੱਕ ਕਰਕੇ ਮਾਲਕ ਜੀ, ਤੂੰ ਉਸ ਮਾਲਕ ਨੂੰ ਇੱਕ ਇੱਕ ਕਰਕੇ ਵਰਣਿਆ ਹੈ, ਬਿਆਨ ਕੀਤਾ ਹੈ। ਫਿਰ ਅਖੀਰ ਦੇ ਆਖਦੇ ਨੇ ਗੁਰ ਅਮਰਦਾਸ ਜਾਲਬ ਭਣੈ। ਜਾਲਬ ਜੀ ਆਖਦੇ ਨੇ ਹੇ ਗੁਰ ਅਮਰਦਾਸ ਤੂੰ ਇੱਕ ਲੋੜੈ, ਇੱਕ ਮੰਨਿਓ, ਤੂੰ ਇੱਕ ਨੂੰ ਲੋੜਿਆ ਹੈ ਤੇ ਇੱਕ ਨੂੰ ਹੀ ਮੰਨਿਆ ਹੈ। ਐਸੇ ਦੀਨ ਦਿਆਲ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਜੋਤੀ ਜੋਤ ਦਿਵਸ ਹੈ, ਸਤਿਗੁਰ ਮਹਾਰਾਜ ਦੀ ਪਾਵਨ ਬਾਣੀ ਹਿਰਦੇ 'ਚ ਵਸ ਜਾਏ। ਸਤਿਗੁਰੂ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਕੇ ਜੀਵਨ ਅੰਦਰ ਉਹਨਾਂ ਗੁਣਾਂ ਨੂੰ ਧਾਰਨ ਕਰੀਏ।
ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਹੈ ਮੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬੋਲਦਿਆਂ ਬੇਅੰਤ ਭੁੱਲਾਂ ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਆਖੋ ਪਿਆਰ ਨਾਲ ਵਾਹਿਗੁਰੂ ਜੀ ਕਾ